गुड मॉर्निंग स्टूडेंट्स। आज के वीडियो लैक्चर च आपां जो टॉपिक कवर करना है दैट इज रिलेटिव वेलोसिटी इन टू डायमेंशनस। ये तो पहला भी आपां रिलेटिव वेलोसिटी एक बारी कवर कर चुके हैं बट वो वन डायमेंशनस च सीगा राइट। जो आपां मोशन इन वन डायमेंशनस चैप्टर कर रहे सीगे तो उत्थे आपां वन डायमेंशनस च किद्दां कैलकुलेट करते हैं रिलेटिव वेलोसिटी ये पढ़िया सीगा। जिसे जिवें आपां गल कीती सीगी कि लेट्स सपोज एक पर्सन हैगा जिहड़ा एक पर्टिकुलर डायरैक्शन दे विच मूव कर रहा है विद वेलोसिटी वी ए। कोई दूसरा पर्सन है मान लें कि वो भी सेम ही डायरैक्शन 'ਚ जा रहा बट ਉਹਦੀ वेलोसिटी कुछ डिफरेंट है लेट्स से वी बी। ਤਾਂ ਜੇ ਆਪਾਂ ਨੂੰ ਕੈਲਕੂਲੇਟ ਕਰਨੀ ਹੋਵੇ वेलोसिटी ऑफ ए विद रिस्पैक्ट टू बी या फिर वेलोसिटी ऑफ बी विद रिस्पैक्ट टू ए ਤਾਂ ਆਪਾਂ ਕਿੱਦਾਂ ਕੈਲਕੂਲੇਟ ਕਰਦੇ ਹਾਂ ਤਾਂ ਆਪਾਂ ਉਹ 'ਚ ਦੇਖਿਆ ਸੀਗਾ ਦਿਸ ਕੈਨ ਬੀ ਕੈਲਕੂਲੇਟਡ ਲਾਈਕ ਦਿਸ ਐਂਡ ਦਿਸ ਕੈਨ ਬੀ ਕੈਲਕੂਲੇਟਡ ਲਾਈਕ ਦਿਸ वी बी माइनस वी ए है ना। सिमिलरली जो ऑपोजिट भी डायरैक्शन होएगी स्टिल डज नॉट मैटर फॉर्मूला तो अपना सेम ही रहता है ना। ਲੈਟਸ ਸੇ ਜੇ ਆ ਵੀ ਆਪਾਂ ਕੋਲ ਹੁੰਦਾ VB ਤਾਂ ਵੀ ਸੇਮ ਫਾਰਮੂਲੇ ਆਪਾਂ ਦੇਖੇ ਸੀਗੇ ਇਹਦੇ ਬੇਸਿਸ ਤੇ ਨਿਊਮੈਰੀਕਲਸ ਕੈਲਕੂਲੇਟ ਕੀਤੇ ਸੀਗੇ। ਲੇਕਿਨ ਹੁਣ ਆਪਾਂ ਡੀਲ ਕਰਨਾ ਟੂ ਡਾਇਮੈਂਸ਼ਨਸ ਦੇ ਵਿੱਚ ਬਿਕੋਜ਼ ਜਿਹੜਾ ਚੈਪਟਰ ਆਪਾਂ ਕਰ ਰਹੇ ਹਾਂ ਉਹ ਟੂ ਡਾਇਮੈਂਸ਼ਨਸ ਤੇ ਬੇਸਡ ਹੈ। ਹੁਣ ਮੰਨ ਕੇ ਚੱਲਦੇ ਹਾਂ ਲੈਟਸ ਸਪੋਜ਼ ਇੱਕ ਪਰਸਨ ਜਾ ਰਿਹਾ ਇਸ ਡਾਇਰੈਕਸ਼ਨ 'ਚ ਵਿਦ ਵੈਲੋਸਿਟੀ VA, ਦੂਸਰਾ ਪਰਸਨ ਇਸ ਪਾਰਟਿਕੂਲਰ ਡਾਇਰੈਕਸ਼ਨ 'ਚ ਜਾ ਰਿਹਾ ਵਿਦ ਵੈਲੋਸਿਟੀ VB। ਇਹ ਵੀ ਜ਼ਰੂਰੀ ਨਹੀਂ ਲੈਟਸ ਸੇ ਕੁਝ ਇਸ ਪਾਰਟਿਕੂਲਰ ਤਰੀਕੇ ਨਾਲ ਜਾ ਰਿਹਾ ਹੋਵੇ ਰਾਈਟ। ਇਸ ਲੈਟਸ ਸੇ ਇਸ ਡਾਇਰੈਕਸ਼ਨ ਦੇ ਵਿੱਚ ਆ ਰਿਹਾ ਹੋਵੇ टू डायमेंशनस ਦੇ ਵਿੱਚ ਜਿਸ ਪਾਰਟਿਕੂਲਰ ਮਰਜ਼ੀ ਵੈਲੋਸਿਟੀ ਨਾਲੋਂ ਆ ਰਿਹਾ ਹੋਵੇ। ਹੁਣ ਆਪਾਂ ਕੈਲਕੂਲੇਟ ਕਰਨਾ ਕਿ ਜਿਹੜੀ ਵੈਲੋਸਿਟੀ A ਦੀ ਹੈਗੀ ਹੈ B ਦੇ ਵਿਦ ਰਿਸਪੈਕਟ ਟੂ ਉਹ ਕਿੰਨੀ ਹੋਊਗੀ ਜਾਂ ਫਿਰ ਵੈਲੋਸਿਟੀ B ਦੀ ਜਿਹੜੀ ਹੈ A ਦੇ ਵਿਦ ਰਿਸਪੈਕਟ ਟੂ ਉਹ ਕਿੰਨੀ ਹੋਊਗੀ। ਦੈਟ ਇਜ਼ ਰਿਲੇਟਿਵ ਵੈਲੋਸਿਟੀ ਆਫ ਦੈਟ ਇਜ਼ ਦ ਰਿਲੇਟਿਵ ਵੈਲੋਸਿਟੀ ਇਨ ਟੂ ਡਾਇਮੈਂਸ਼ਨਸ ਰਾਈਟ। ਸੋ ਲੈਟਸ ਸਟਾਰਟ ਦਿਸ ਵੀਡੀਓ। ਦੇਖਦੇ ਹਾਂ ਕਿੱਦਾਂ ਆਪਾਂ ਡਾਇਰੈਕਸ਼ਨ ਕੈਲਕੂਲੇਟ ਕਰਾਂਗੇ ਇਹਨਾਂ ਵੈਲੋਸਿਟੀਜ਼ ਦੀ ਐਂਡ ਕਿੱਦਾਂ ਮੈਗਨੀਟਿਊਡ ਕੈਲਕੂਲੇਟ ਕਰਾਂਗੇ। ਸੋ ਅੱਜ ਦੇ ਵੀਡੀਓ ਲੈਕਚਰ ਨੂੰ ਕਵਰ ਕਰਨ ਤੋਂ ਪਹਿਲਾਂ ਕੁਝ ਉਹ ਚੀਜ਼ਾਂ ਆਪਾਂ ਦੇਖਦੇ ਹਾਂ ਜਿਨ੍ਹਾਂ ਦਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਜੋ ਆਲਰੇਡੀ ਹਾਲਾਂਕਿ ਮੈਂ ਪੜ੍ਹਾ ਚੁੱਕਿਆ ਠੀਕ ਹੈ ਲੇਕਿਨ ਸਟਿਲ ਦੇਖ ਲੈਂਦੇ ਹਾਂ ਬਿਕੋਜ਼ ਜੇ ਆਹ ਚੀਜ਼ ਤੁਹਾਨੂੰ ਨਹੀਂ ਪਤਾ ਹੋਊਗੀ ਅੱਜ ਦਾ ਵੀਡੀਓ ਲੈਕਚਰ ਪ੍ਰੋਪਰਲੀ ਤੁਹਾਨੂੰ ਸਮਝ ਹੀ ਨਹੀਂ ਆਣਾ ਹੈਗਾ ਰਾਈਟ। ਸੋ ਲੈਟਸ ਸੇ ਆਪਾਂ ਕੋਲ ਦੋ ਵੈਕਟਰਸ ਨੇ A ਵੈਕਟਰ B ਵੈਕਟਰ ਦੋਨੋਂ ਕਿਸ ਤਰੀਕੇ ਨਾਲ ਕਨੈਕਟਡ ਨੇ ਦੋਨਾਂ ਦੀਆਂ ਟੇਲਸ ਆਪਸ ਦੇ ਵਿੱਚ ਕਨੈਕਟਡ ਨੇ। ਸੋ ਜੇ ਇਹਨਾਂ ਦੋਨਾਂ ਦਾ ਆਪਾਂ ਰਿਜ਼ਲਟੈਂਟ ਕੈਲਕੂਲੇਟ ਕਰਨਾ ਹੈ ਤਾਂ ਆਪਾਂ ਕੀ ਯੂਜ਼ ਕਰਾਂਗੇ ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਰਾਈਟ। ਸੋ ਆਪਾਂ ਕੀ ਕਰਦੇ ਹੁੰਦੇ ਹਾਂ ਸਭ ਤੋਂ ਪਹਿਲਾਂ ਦੋ ਵੈਕਟਰਸ ਸੇਮ ਉਸੇ ਤਰੀਕੇ ਨਾਲ ਡਰਾ ਕਰ ਲੇ। this is A vector and this is B vector है ना। A vector इतने जगह घट पै जाएगी so I am writing it over here this is A vector ठीक है। ਹੁਣ ਜੇ A vector ਤੇ B vector ਦਾ ਆਪਾਂ ਰਿਜ਼ਲਟੈਂਟ ਪਤਾ ਕਰਨਾ ਹੋਵੇ ਤਾਂ ਕਿਵੇਂ ਆਪਾਂ ਕਰਦੇ ਹਾਂ ਰਿਜ਼ਲਟੈਂਟ ਆਫ A and B is given by the diagonal of this parallelogram and let's call it R vector। ਆਪਾਂ ਆਲਰੇਡੀ ਕੀਤਾ ਹੋਇਆ ਪ੍ਰੀਵੀਅਸ ਲੈਕਚਰ 'ਚ ਕਿ we can write R vector is equals to A vector plus B vector। लेकिन जे आर का आप रिजल्टेंट कैलकुलेट आर का मैगनीट्यूड कैलकुलेट करना हो तो आप किद्दां करते हुन्ने आ आप फॉर्मूला ड्राइव किया सीगा कि जे एंगल बिटवीन ए एंड बी इनू आप रेड दे नाल शो कर देने राइट। इफ दिस एंगल इज थीटा ए ते बी दे विच टोटल थीटा एंगल बन रहा तो आप इस आर वैक्टर के मैगनीट्यूड नू किद्दां लिख सकते हैं दैट इज गिवन बाय ए स्क्वायर प्लस बी स्क्वायर प्लस 2AB cos थीटा। ये आप ऑलरेडी प्रीवियस लेक्चर से ड्राइव किया होया जे याद होगा तुहानू राइट। दैन ये तो इलावा आप ये भी देखा सीगा कि इस आर वैक्टर की इस आर वैक्टर की डायरैक्शन नू जे आप एक्सप्रैस करना होवे तां आपां किद्दां करदे हां ओह च आपां की कीता सीगा आर वैक्टर ए वैक्टर दे नाल कितना एंगल बना रहा इनू आपां मान लिया सीगा अल्फा है ना एंड आपां डिराइव किया सीगा कि tan अल्फा इज गिवन बाय B sin थीटा डिवाइडेड बाय A plus B cos थीटा गॉट इट। सो आर द मैगनीट्यूड ਆਪਾਂ ਨੂੰ ਇਹ ਰਿਲੇਸ਼ਨ ਦਿੰਦਾ ਆਰ ਦੀ ਡਾਇਰੈਕਸ਼ਨ ਆਪਾਂ ਨੂੰ ਇਹ ਰਿਲੇਸ਼ਨ ਦਿੰਦਾ ਇਹ ਆਪਾਂ ਜੋ ਆਲਰੇਡੀ ਪੜ੍ਹ ਚੁੱਕੇ ਹਾਂ ਮੈਂ ਉਹ ਇੱਥੇ ਦੱਸ ਰਿਹਾ ਰਾਈਟ। ਹੁਣ ਜਾਂ ਸਾਰਾ ਕੁਝ ਤੁਹਾਨੂੰ ਕਲੀਅਰ ਹੈ ਦੈਨ ਆਪਾਂ ਕੰਟੀਨਿਊ ਕਰਦੇ ਹਾਂ ਅੱਜ ਦੇ ਆਪਣੇ ਵੀਡੀਓ ਲੈਕਚਰ ਨੂੰ ਦੈਟ ਇਜ਼ ਰਿਲੇਟਿਵ ਵੈਲੋਸਿਟੀ ਇਨ ਟੂ ਡਾਇਮੈਂਸ਼ਨਸ। ਸੋ ਲੈਟਸ ਸਪੋਜ਼ ਦੋ ਪਰਸਨਸ ਨੇ ਜਿਹੜੇ ਕਿ ਦੋ ਅਲੱਗ-ਅਲੱਗ ਡਾਇਰੈਕਸ਼ਨਸ ਦੇ ਵਿੱਚ ਮੂਵ ਕਰ ਰਹੇ ਨੇ ਦੋ ਅਲੱਗ-ਅਲੱਗ ਵੈਲੋਸਿਟੀਜ਼ ਦੇ ਨਾਲ। ਲੈਟਸ ਸੇ ਫਸਟ ਦੀ ਵੈਲੋਸਿਟੀ ਹੈਗੀ ਵੀ A ਵੈਕਟਰ ਰਾਈਟ ਇਹਨੂੰ ਉੱਪਰ ਹੀ ਲਿਖਦਾ ਮੈਂ ਛੋਟਾ ਕਰਕੇ let's say this is VA vector and ਜਿਹੜਾ ਦੂਸਰਾ ਪਰਸਨ ਹੈ ਉਹ ਮੂਵ ਕਰ ਰਿਹਾ ਹੈ ਵਿਦ ਵੈਲੋਸਿਟੀ VB vector ਐਂਡ ਦੋਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਨੇ ਉਹਨਾਂ 'ਚ ਐਂਗਲ ਲੈਟਸ ਸਪੋਜ਼ ਹੈਗਾ ਥੀਟਾ ਓਕੇ। ਇੱਕ ਚੀਜ਼ ਆਪਾਂ ਨੂੰ ਪਤਾ ਕਿ ਜੇ ਆਪਾਂ ਲਿਖਣਾ ਹੋਵੇ VAB vector ਆਪਾਂ ਕਿੱਦਾਂ ਲਿਖ ਸਕਦੇ ਹਾਂ ਇਸ ਚੀਜ਼ ਨੂੰ VA vector ਮਾਈਨਸ VB vector। ਜਦੋਂ ਆਪਾਂ 1D 'ਚ ਪੜ੍ਹੀ ਸੀ ਰਿਲੇਟਿਵ ਵੈਲੋਸਿਟੀ ਉਦੋਂ ਆਪਾਂ ਇਹ ਫਾਰਮੂਲਾ ਪੜ੍ਹਿਆ ਹੋਇਆ ਹੈ ਨਾ ਕਿ ਰਿਲੇਟਿਵ ਵੈਲੋਸਿਟੀ ਦਾ ਫਾਰਮੂਲਾ ਕੀ ਹੁੰਦਾ। ਲੇਕਿਨ ਡਿਫਰੈਂਸ ਇੱਥੇ ਹੁਣ ਕੀ ਆਊਗਾ 1D 'ਚ ਵੀ ਆਪਾਂ ਪੜ੍ਹਿਆ ਸੀਗਾ ਰਿਲੇਟਿਵ ਵੈਲੋਸਿਟੀ 2D 'ਚ ਵੀ ਪੜ੍ਹ ਰਹੇ ਹਾਂ ਆ ਕੁਆਂਟੀਟੀ ਦਾ ਮੈਗਨੀਟਿਊਡ ਕਿੱਦਾਂ ਫਾਈਂਡ ਕਰਨਾ ਹੈ ਐਂਡ ਇਹਦੀ ਡਾਇਰੈਕਸ਼ਨ ਕਿੱਦਾਂ ਫਾਈਂਡ ਕਰਨੀ ਹੈ ਡਿਫਰੈਂਸ ਥੋੜਾ ਜਿਹਾ ਉਹ 'ਚ ਆਉਣ ਵਾਲਾ ਹੈ ਬਿਕੋਜ਼ 1D ਬਹੁਤ ਸਿੰਪਲ ਸੀਗਾ ਜਾਂ ਤਾਂ ਸੇਮ ਡਾਇਰੈਕਸ਼ਨ 'ਚ ਬੋਡੀ ਮੂਵ ਕਰ ਰਹੀ ਹੈ ਜਾਂ ਦੋ ਬੋਡੀਜ਼ ਡਿਫਰੈਂਟ ਡਾਇਰੈਕਸ਼ਨ 'ਚ ਮੂਵ ਕਰ ਰਹੀਆਂ ਨੇ ਮਤਲਬ ਇੱਕਦਮ ਆਪੋਜ਼ਿਟ ਡਾਇਰੈਕਸ਼ਨ 'ਚ ਰਾਈਟ। ਲੇਕਿਨ ਇੱਥੇ 2D ਦੇ ਵਿੱਚ ਕੀ ਹੈ ਕਿ ਕੁਝ ਵੀ ਪਾਰਟਿਕੂਲਰ ਐਂਗਲ ਹੋ ਸਕਦਾ
ਰਾਈਟ। ਹੋ ਸਕਦਾ ਦੋਨਾਂ ਦੇ ਵਿੱਚ 45 ਡਿਗਰੀ ਦਾ ਐਂਗਲ ਹੋਵੇ, ਹੋ ਸਕਦਾ 135 ਡਿਗਰੀ ਦਾ ਐਂਗਲ ਹੋਵੇ, ਹੋ ਸਕਦਾ 90 ਡਿਗਰੀਜ਼ ਦਾ ਐਂਗਲ ਹੋਵੇ। ਇਟ ਕੁਡ ਬੀ ਲਿਟਰਲੀ ਐਨੀਥਿੰਗ, ਠੀਕ ਹੈ। ਈਵਨ 2 ਡਾਇਮੈਂਸ਼ਨ 'ਚ ਵੀ ਪੋਸੀਬਲ ਹੋ ਸਕਦਾ ਬਾਏ ਦ ਵੇ ਕਿ ਸੇਮ ਹੀ ਡਾਇਰੈਕਸ਼ਨ 'ਚ ਜਾ ਰਹੇ ਨੇ, ਆਪੋਜ਼ਿਟ 'ਚ ਜਾ ਰਹੇ ਨੇ, ਰਾਈਟ। 2D ਜਦੋਂ ਆਪਾਂ ਗੱਲ ਕਰ ਰਹੇ ਹਾਂ ਨਾ, ਸਾਰੇ ਹੀ ਕੇਸਿਸ ਵਿੱਚ ਆ ਜਾਊਗੇ। ਥੀਟਾ ਕੁਡ ਬੀ ਐਨੀਥਿੰਗ, ਰਾਈਟ। 0 ਤੋਂ ਲੈ ਕੇ 180 ਵੀ ਕਿਉਂ, ਬੇਸਿਕਲੀ 360 ਤੱਕ ਜਿੰਨੇ ਵੀ ਐਂਗਲਸ ਨੇ, ਰਾਈਟ, ਸਾਰੇ ਇੱਥੇ ਯੂਟਿਲਾਈਜ਼ ਆਪਾਂ ਕਰ ਸਕਦੇ ਹਾਂ। ਕੁਐਸਚਨ ਜੇ ਲੈਟਸ ਸੇ ਜੇ ਤੁਹਾਨੂੰ ਨੂਮੈਰੀਕਲ ਆਂਦਾ ਇਹਦੇ ਬੇਸਿਸ ਤੇ ਥੀਟਾ ਕੁਛ ਵੀ ਗਿਵਨ ਹੋ ਸਕਦਾ ਫਰੋਮ 0 to 360 ਡਿਗਰੀਜ਼, ਠੀਕ ਹੈ। ਸੋ ਦੇਖਦੇ ਹਾਂ ਹੁਣ ਇੱਥੇ ਕੀ ਡਿਫਰੈਂਸ ਆਊਗਾ ਜੇ ਆਹ ਕੁਆਂਟੀਟੀ ਦਾ ਆਪਾਂ ਮੈਗਨੀਟਿਊਡ ਫਾਈਂਡ ਕਰਨਾ ਐਂਡ ਇਹਦੀ ਡਾਇਰੈਕਸ਼ਨ ਪਤਾ ਕਰਨੀ ਆਪਾਂ। ਪਹਿਲਾਂ ਗੱਲ ਕਰਦੇ ਹਾਂ ਇਹਦੇ ਮੈਗਨੀਟਿਊਡ ਦੀ, ਹੈ ਨਾ। ਇਹਦਾ ਮੈਗਨੀਟਿਊਡ ਪਤਾ ਕਰਨ ਦੇ ਲਈ ਆਪਾਂ ਸਭ ਤੋਂ ਪਹਿਲਾਂ ਮੈਨੂੰ ਇਦਾਂ ਲਿਖ ਰਿਹਾ ਵੀ AB ਵੈਕਟਰ ਇਜ਼ ਇਕੁਅਲਸ ਟੂ VA ਵੈਕਟਰ। ਇਸ ਮਾਈਨਸ ਨੂੰ ਮੈਂ ਇਦਾਂ ਲਿਖ ਰਿਹਾ, ਦੇਖੋ ਥੋੜਾ ਜਿਹਾ ਚੇਂਜ ਕਰਨ ਲੱਗਾ, ਪਲੱਸ ਮਾਈਨਸ VB ਵੈਕਟਰ। ਗੱਲ ਤਾਂ ਇੱਕੋ ਹੀ ਹੈ, ਬਟ ਜੇ ਗੱਲ ਇੱਕੋ ਹੈ ਫਿਰ ਤੁਸੀਂ ਕਹੋਗੇ ਇਦਾਂ ਲਿਖਿਆ ਗਾ ਤੋਂ ਕੀ ਰੀਜ਼ਨ ਹੈ ਕਿ ਇਸ ਇਕੁਏਸ਼ਨ ਨੂੰ ਇਸ ਫਾਰਮ 'ਚ ਲਿਖਿਆ। ਬਿਕੋਜ਼ ਦੇਖੋ ਡਾਇਰੈਕਟਲੀ ਆਪਾਂ ਕੋਲ ਵੈਕਟਰਸ ਨੂੰ ਐਡ ਅਪ ਕਰਨ ਦਾ ਤਰੀਕਾ ਹੈ, ਸਬਟਰੈਕਟ ਕਰਨ ਦਾ ਨਹੀਂ ਹੁੰਦਾ, ਰਾਈਟ। ਵੀ ਹੈਵ ਲਰਨਡ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ, ਸਿਮਿਲਰਲੀ ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ। ਸੋ ਸਭ ਤੋਂ ਪਹਿਲਾਂ ਜੇ ਕਦੇ ਵੀ ਤੁਹਾਨੂੰ ਦਿਖੇ ਕਿ ਦੋ ਵੈਕਟਰਸ ਨੂੰ ਮਾਈਨਸ ਕਰਨਾ ਨਾ, ਆਲਵੇਜ਼ ਆਪਾਂ ਨੂੰ ਇਦਾਂ ਹੀ ਕਰਨਾ ਪਊਗਾ, ਐਡੀਸ਼ਨ ਕਰਕੇ ਦੂਸਰੇ ਵੈਕਟਰ ਨੂੰ ਨੈਗੇਟਿਵ ਸ਼ੋ ਕਰ ਦੇਣਾ ਹੈ, ਠੀਕ ਹੈ। ਅੱਛਾ, ਹੁਣ VA ਵੈਕਟਰ ਇੱਥੇ ਆਪਾਂ ਨੂੰ ਦਿਖ ਰਿਹਾ ਹੈ ਕਿ ਦਿਸ ਇਜ਼ ਦ VA ਵੈਕਟਰ, ਵੇਅਰ ਇਜ਼ ਮਾਈਨਸ VB ਵੈਕਟਰ। ਪੋਜ਼ਿਟਿਵ ਵਾਲਾ VB ਵੈਕਟਰ ਤਾਂ ਆ ਰਿਹਾ, ਆਪਾਂ ਨੂੰ ਇੱਥੇ ਕੀ ਚਾਹੀਦਾ, ਨੈਗੇਟਿਵ VB ਵੈਕਟਰ। ਉਹ ਕਿੱਧਰ ਹੋਊਗਾ, VB ਤੋਂ ਇੱਕਦਮ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਐਂਡ ਸੇਮ ਲੈਂਥ ਦਾ ਇੱਕ ਵੈਕਟਰ ਡਰਾ ਕਰਤਾ। ਜਿੰਨੀ ਲੈਂਥ VB ਦੀ ਸੀਗੀ ਉਨੀ ਹੀ ਲੈਂਥ ਆਪਾਂ ਇੱਥੇ ਡਰਾ ਕਰਤੀ। ਸੋ ਦਿਸ ਇਜ਼ ਮਾਈਨਸ ਆਫ VB ਵੈਕਟਰ, ਰਾਈਟ। ਹੁਣ ਆਪਾਂ ਕੀ ਕਰਨਾ, ਇਹਨਾਂ ਦੋਨਾਂ ਦਾ ਜੇ ਰਿਜ਼ਲਟੈਂਟ ਪਤਾ ਕਰਨਾ ਹੈ ਕਿ ਕਿਸ ਡਾਇਰੈਕਸ਼ਨ 'ਚ ਹੋਊਗਾ ਐਂਡ ਇਹਦਾ ਜੇ ਮੈਗਨੀਟਿਊਡ ਪਤਾ ਕਰਨਾ ਹੈ, ਸਭ ਤੋਂ ਪਹਿਲਾਂ ਆਪਾਂ ਨੂੰ ਕੀ ਡਰਾ ਕਰਨਾ ਪਊਗਾ, ਆਪਾਂ ਨੂੰ ਪੈਰਲੈਲੋਗ੍ਰਾਮ ਡਰਾ ਕਰਨਾ ਪਏਗਾ, ਰਾਈਟ। ਸੋ ਆਪਾਂ ਕੀ ਕਰਨ ਲੱਗੇ ਹਾਂ, ਸਭ ਤੋਂ ਪਹਿਲਾਂ ਪੈਰਲੈਲੋਗ੍ਰਾਮ ਡਰਾ ਕਰਦੇ ਹਾਂ ਯੂਜ਼ਿੰਗ these two sides, VA ਵੈਕਟਰ ਐਂਡ ਮਾਈਨਸ VB ਵੈਕਟਰ। ਸੋ ਆ ਰਿਹਾ ਆਪਣਾ VA ਵੈਕਟਰ, ਆ ਰਹੀ ਦੂਸਰੀ ਸਾਈਡ ਮਾਈਨਸ ਆਫ VB ਵੈਕਟਰ। ਇਹਨਾਂ ਦੋਨਾਂ ਸਾਈਡਸ ਨੂੰ ਯੂਜ਼ ਕਰਕੇ ਆਪਾਂ ਕੀ ਡਰਾ ਕਰ ਰਹੇ ਹਾਂ, ਇੱਕ ਪੈਰਲੈਲੋਗ੍ਰਾਮ। let's say this is a parallelogram, right? This is VA vector and this is VB vector, and ਇਹਨਾਂ ਦੋਨਾਂ ਦਾ ਜਿਹੜਾ ਡਾਇਗਨਲ ਹੁੰਦਾ ਉਹ ਆਪਾਂ ਨੂੰ ਕੀ ਦਿੰਦਾ ਹੈ, ਇਹਨਾਂ ਦੋਨਾਂ ਵੈਕਟਰਸ ਦਾ ਰਿਜ਼ਲਟੈਂਟ। ਆਪਾਂ ਨੂੰ ਇੱਥੇ ਕਲੀਅਰਲੀ ਦਿਖ ਰਿਹਾ VA ਵੈਕਟਰ ਤੇ ਮਾਈਨਸ VB ਵੈਕਟਰ ਦਾ ਰਿਜ਼ਲਟੈਂਟ ਕੌਣ ਹੈ, VAB ਵੈਕਟਰ। ਸੋ ਇਹਨੂੰ ਆਪਾਂ ਲਿਖਤਾ VAB ਵੈਕਟਰ। ਹੁਣ ਇਸ ਚੀਜ਼ ਦਾ ਮੈਗਨੀਟਿਊਡ ਕਿੰਨਾ ਹੈ ਇਹ ਆਪਾਂ ਪਤਾ ਕਰਨਾ ਹੈ। ਦੇਖਦੇ ਹਾਂ ਕਿੱਦਾਂ ਪਤਾ ਕਰਾਂਗੇ। ਦੇਖੋ ਆ ਜਿਹੜਾ ਰਿਜ਼ਲਟ ਹੈ, ਜਿਹੜਾ ਪਿਛਲੀ ਸਲਾਈਡ 'ਚ ਮੈਂ ਤੁਹਾਨੂੰ ਐਕਸਪਲੇਨ ਕੀਤਾ ਸੀਗਾ, ਇਹਨੂੰ ਆਪਾਂ ਯੂਜ਼ ਕਰਨ ਲੱਗੇ ਹਾਂ ਇੱਥੇ, R = A² + B² + 2AB cos θ, ਰਾਈਟ। ਲੇਕਿਨ ਦ ਥਿੰਗ ਇਜ਼ ਦੈਟ ਇੱਥੇ ਆਪਾਂ ਨੂੰ ਡਾਇਰੈਕਟਲੀ ਪਤਾ ਸੀਗਾ ਕਿ A ਤੇ B ਦੇ ਵਿੱਚ ਕਿੰਨਾ ਐਂਗਲ ਹੈਗਾ, ਦੈਟ ਇਜ਼ ਥੀਟਾ। ਤਾਂ ਆਪਾਂ ਇੱਥੇ ਸਿੰਪਲੀ cos θ ਫਾਈਂਡ ਕਰ ਲਿਆ, ਰਾਈਟ। ਜਾਂ ਫਿਰ ਡਾਇਰੈਕਟਲੀ ਮੈਂ ਕਹਾਂ ਕਿ ਥੀਟਾ ਨੂੰ ਇੱਥੇ ਪੁੱਟ ਕਰਤਾ ਮੈਂ, ਰਾਈਟ। ਲੇਕਿਨ ਜੇ ਲੈਟਸ ਸੇ ਇਹਨਾਂ ਦੋਨਾਂ ਦੇ ਵਿੱਚ ਤਾਂ ਮੈਨੂੰ ਐਂਗਲ ਹੀ ਡਾਇਰੈਕਟਲੀ ਨਹੀਂ ਪਤਾ, ਫਿਰ ਮੈਂ ਆਪਣੀ ਮਰਜ਼ੀ ਨਾਲ ਇਹਨੂੰ ਸਿੱਧਾ cos θ ਨਹੀਂ ਲਿਖ ਸਕਦਾ। ਇਸ ਚੀਜ਼ ਦਾ ਧਿਆਨ ਰੱਖਣਾ, ਰਾਈਟ। A ਤੇ B ਦੇ ਵਿੱਚ ਜੋ ਵੀ ਐਂਗਲ ਹੋਊਗਾ ਨਾ, ਉਹ ਐਂਗਲ ਇੱਥੇ ਆਊਗਾ, ਰਾਈਟ। ਆਰ ਯੂ ਗੈਟਿੰਗ ਦਿਸ? ਇੱਥੇ ਆਪਾਂ ਦੇਖਦੇ ਹਾਂ ਕਿ ਆਹ ਦੋ ਕੁਆਂਟੀਟੀਜ਼ ਦੇ ਵਿੱਚ ਦਾ ਐਂਗਲ ਕਿੰਨਾ। ਸੋ ਲੈਟ ਮੀ ਚੇਂਜ ਕਲਰ, ਆਪਾਂ ਗ੍ਰੀਨ ਕਲਰ ਚੂਜ਼ ਕਰਦੇ ਹਾਂ। VA ਵੈਕਟਰ ਐਂਡ ਮਾਈਨਸ VB ਵੈਕਟਰ ਦੇ ਵਿੱਚ ਦਾ ਕਿੰਨਾ ਐਂਗਲ ਹੈ। ਸੋ VA ਵੈਕਟਰ ਆ ਰਿਹਾ, ਮਾਈਨਸ VB ਵੈਕਟਰ ਆ ਰਿਹਾ, ਦੋਨਾਂ ਦੇ ਵਿੱਚ ਦਾ ਟੋਟਲ ਐਂਗਲ ਕਿੰਨਾ ਬਣਦਾ, ਦਿਸ ਐਂਗਲ। ਇਹ ਕਿੰਨਾ ਹੋਊਗਾ, ਜੇ ਆਪਾਂ ਨੂੰ ਆ ਪਤਾ ਕਿ ਆ ਥੀਟਾ, ਤਾਂ ਬਾਕੀ ਜਿਹੜਾ ਬਚ ਗਿਆ ਲੀਨੀਅਰ ਪੇਅਰ ਬਣ ਰਿਹਾ ਨਾ ਬਿਲਕੁਲ ਆਪਾਂ ਕੋਲ। ਸੋ ਦਿਸ ਵਿਲ ਬੀ 180 ਮਾਈਨਸ ਥੀਟਾ, 180 ਡਿਗਰੀਜ਼ ਮਾਈਨਸ ਥੀਟਾ। ਦੈਟ ਮੀਨਸ ਜਦੋਂ ਮੈਂ ਇਹਨਾਂ ਦੋਨਾਂ ਕੁਆਂਟੀਟੀਜ਼ ਦੇ ਲਈ ਆ ਰਿਲੇਸ਼ਨ ਯੂਜ਼ ਕਰਨਾ ਹੈ ਨਾ, ਰਿਜ਼ਲਟੈਂਟ ਦਾ ਮੈਗਨੀਟਿਊਡ ਜਦੋਂ ਪਤਾ ਕਰਨਾ ਹੈ, ਤਾਂ ਮੈਂ cos θ ਨਹੀਂ ਲਿਖੂੰਗਾ, ਕਿੰਨਾ ਲਿਖੂੰਗਾ, cos 180 ਮਾਈਨਸ ਥੀਟਾ। ਬਿਕੋਜ਼ ਇਹਨਾਂ ਦੋਨਾਂ ਦੇ ਵਿੱਚ ਐਂਗਲ ਥੀਟਾ ਨਹੀਂ ਹੈ, 180 ਮਾਈਨਸ ਥੀਟਾ ਹੈ, ਠੀਕ ਹੈ। ਸੋ ਹੁਣ ਆਪਾਂ ਯੂਜ਼ ਕਰਦੇ ਹਾਂ ਆਹੀ ਵਾਲਾ ਰਿਲੇਸ਼ਨ, ਐਂਡ ਆਹ ਵਾਲੀ ਕੁਆਂਟੀਟੀ ਦਾ ਮੈਗਨੀਟਿਊਡ ਕਿੰਨਾ ਹੈ ਉਹ ਲਿਖਦੇ ਹਾਂ ਇੱਥੇ। ਸੋ VAB that is given by square root of VA² plus VB² plus 2VA VB cos 180 minus theta। आ डिफरेंस आया बस, राइट। एंड मैथमेटिक्स से तुसी आ चीज़ पढ़ोगे कि cos 180 माइनस थीटा ਜਿਹੜਾ ਹੁੰਦਾ ਉਹ ਕਿਸ ਚੀਜ਼ ਦੇ ਇਕੁਅਲ ਹੁੰਦਾ, ਮਾਈਨਸ cos ਥੀਟਾ ਦੇ, ਰਾਈਟ। ਇਹ ਐਦਾਂ ਕਿਉਂ ਹੁੰਦਾ, ਵੀਡੀਓ ਦੇ ਲਾਸਟ 'ਚ ਮੈਂ ਇਹਨੂੰ ਐਕਸਪਲੇਨ ਵੀ ਕਰ ਦੂੰਗਾ, ਬਟ ਫਿਲਹਾਲ ਇਹਨੂੰ ਸਪੋਜ਼ ਕਰਕੇ ਚੱਲੋ ਕਿ ਐਦਾਂ ਹੁੰਦਾ, ਰਾਈਟ।
मैं ये नहीं कह रहा कि इदा ही हैगा, इनू इदा ही मान लो। वीडियो के लास्ट से मैंने भी एक्सप्लेन करूंगा, बट हले जो मैं एक्सप्लेन करने लग गया तो टॉपिक तो आप बहुत हट जाएंगे। दैट्स वाई इस चीज़ में मैं लास्ट से एक्सप्लेन करूंगा इस वीडियो के, ठीक है। सो cos 180 माइनस थीटा होंगे माइनस ऑफ cos थीटा। सो इनू यूज़ करके जो अपना रिलेशन है उपर वाला ये की बन जाता, दैट इज वी ए बी इज इक्वल्स टू स्क्वेयर रूट ऑफ वी ए द स्क्वेयर प्लस वी बी द स्क्वेयर माइनस 2 वी बी cos थीटा। ये अपना फाइनल रिजल्ट है। आ क्वांटिटी का आप की पता किया, मैग्नीट्यूड। दैट मीनस जो तुम क्वेश्चन च गिवन है, लेट्स से न्यूमेरिकल आंदा कि वी ए कोई एक परसन है किसी पर्टिकुलर डायरैक्शन च जा रहा 10 मीटरस पर सैकेंड के नाल, कोई दूसरा परसन है वो किसी पर्टिकुलर डायरैक्शन च जा रहा 5 मीटरस पर सैकेंड के नाल, राइट। दैट मीनस वी ए का मैग्नीट्यूड पता है, वी बी पता, इतने भी वी ए वी बी दोनों क्वांटिटीज पता ने, एंड cos थीटा एंगल लेट्स से तुम गिवन है इन्होंने दोनों क्वांटिटीज के नाल तुम गिवन है कि दोनों के एंगल जो बन रहा दैट इज 45 डिग्रीज। then you have to find the velocity of a with respect to b। ईजिली आ तुसी रिलेशन यूज करना है एंड तुहानू पता लग जूगी कि v ਜਿਹੜਾ सॉरी b ऑब्जर्वर है ਉਹਨੂੰ ਕੀ ਲੱਗ ਰਿਹਾ कि a पर्सन कितनी वेलोसिटी ਦੇ ਨਾਲ मूव कर रहा है, राइट। सो इस सिंपल जे रिलेशन ਦੇ ਨਾਲ ਤੁਸੀਂ ਪਤਾ ਕਰ ਸਕਦੇ ਹੋ कि एक ऑब्जर्वर ਨੂੰ ਕੀ ਲੱਗ ਰਿਹਾ कि दूसरा बंदा कितनी स्पीड ਤੇ मूव कर रहा है। दिस इज द रिलेटिव वेलोसिटी। ये ਆਪਾਂ ਪਤਾ ਕਰ ਲਿਆ ਇਹਦਾ ਮੈਗਨੀट्यूड। ਹੁਣ ਆਪਾਂ ਗੱਲ ਕਰਦੇ ਹਾਂ ਆ ਜਿਹੜਾ ਜਿਹੜਾ ਵੈਕਟਰ ਹੋਊਗਾ vab ਵੈਕਟਰ, ਇਹਦੀ डायरेक्शन ਆਪਾਂ ਕਿਵੇਂ ਪਤਾ ਕਰ ਸਕਦੇ ਹਾਂ, ਰਾਈਟ। ਹੁਣ ਦੇਖੋ ਜਦੋਂ ਆਪਾਂ डायरेक्शन ਪਤਾ ਕਰਨੀ ਹੈ ਇਸ ਰਿਜ਼ਲਟੈਂਟ ਦੀ ਵਿਦ ਰਿਸਪੈਕਟ ਟੂ ਦ ਫਸਟ ਵੈਕਟਰ va ਵੈਕਟਰ, ਤਾਂ ਆਪਾਂ ਕੀ ਕਰਾਂਗੇ ਇੱਥੇ ਇੱਕ ਪਾਰਟਿਕੂਲਰ ਐਂਗਲ ਕੰਸੀਡਰ ਕਰਾਂਗੇ ਅਲਫਾ। ਪਹਿਲਾਂ ਵੀ ਆਪਾਂ ਐਵੇਂ ਕੀਤਾ ਸੀ, ਆ ਦੇਖੋ ਇੱਥੇ ਅਲਫਾ ਐਂਗਲ ਕੰਸੀਡਰ ਕੀਤਾ ਸੀਗਾ, ਉਹਦੇ ਅਕੋਰਡਿੰਗਲੀ ਆਪਾਂ tan ਅਲਫਾ ਫਾਈਂਡ ਕੀਤਾ ਸੀਗਾ। ਇਹ ਰਿਜ਼ਲਟ ਜਿਹੜਾ ਆਖਰੀ ਰਿਜ਼ਲਟ ਹੈ ਇਹ ਆਪਾਂ ਨੂੰ डायरेक्शन ਦੇ ਰਿਹਾ ਹੈ ਇਸ ਰਿਜ਼ਲਟੈਂਟ ਦੀ ਵਿਦ ਰਿਸਪੈਕਟ ਟੂ ਦ a ਵੈਕਟਰ। दैट्स वाई इतने भी आप वही चीज़ की अल्फा इतने कंसीडर कर लिया। आखिरी रिजल्ट बस यूज़ करना, डिफरेंस क्या होगा जिथे जिथे थीटा एंगल है आप कोल की है 180 माइनस थीटा, जिमें कि आप ऑलरेडी देखा, राइट। मैग्नीट्यूड से भी आही रिजल्ट आही डिफरेंस आया ना, बाकी तो रिजल्ट एकदम सिंपल सीगा, एकदम सेम सीगा, बस थीटा की जगह 180 माइनस थीटा हो गया सीगा, वही चीज़ इतने है। गॉट इट। सो यूज़ करते हैं इस रिजल्ट में एंड देखते हैं आप कोल की डायरेक्शन निकल के आती है वी ए बी दी। सो आप की लिख सकते हैं tan अल्फा दैट इज इक्वल्स टू आप कोल हुंदा b sin थीटा। हुण आप कोल की आ जाऊगा वी बी sin थीटा की बजाय 180 माइनस थीटा डिवाइडेड बाय नीचे आप कोल हुंदा a प्लस वी cos थीटा। इस बारी की आ जाएगा वी ए प्लस वी बी cos थीटा नहीं 180 माइनस थीटा, राइट। हुण जिवें मैं ऑलरेडी तुहानूं दस्सिया कि cos 180 माइनस थीटा हुंदा माइनस cos थीटा। सिमिलरली जिहड़ा sin 180 माइनस थीटा हुंदा है sin 180 माइनस थीटा दैट इज इक्वल्स टू पॉजिटिव ऑफ sin थीटा। ये भी लास्ट में एक्सप्लेन करूंगा कि इदा क्यों होंगे, राइट। कॉस के केस आप देखिए नैगेटिव आता है cos 180 माइनस थीटा दैट इज इक्वल्स टू माइनस cos थीटा, ठीक है। आ दोनों रिजल्ट आप यूज अगेन इतने करते हैं एंड इनू सिंपलीफाई करते हैं। tan अल्फा कितना बन जाएगा वी बी sin 180 माइनस थीटा तो सेम ही रह जाता sin थीटा डिवाइडेड बाय वी ए माइनस वी बी cos थीटा। सो आ अपना फाइनल रिजल्ट आ गया डायरेक्शन का। आ रिलेशन यूज़ करके आप ईजिली की कर सकते हैं डायरेक्शन फाइंड कर सकते हैं इस रिजल्टेंट की, मतलब वी ए बी वैक्टर की, ठीक है। हुण आप गल करते हैं जरा उस मैथेमैटिकल पार्ट की कि किद्दां आपां नूं पता लगेगा कि sin 180 माइनस थीटा कादे इक्वल है, cos 180 माइनस थीटा कादे इक्वल है। सिमिलरली हो सकता तुहानूं किसी पर्टिकुलर जगह से tan 180 माइनस थीटा की वैल्यू की लोड़ पै जाए, राइट। कोसिकेंट 180 माइनस थीटा की लोड़ पै जाए। ये सारिया वैल्यूज़ नूं आपां किवें पता कर सकते हैं किहड़ी पॉजिटिव आऊगी किहड़ी नैगेटिव आऊगी, राइट। डीपली तुसीं पढ़ोगे मैथेमैटिक्स से, राइट। एक आपां कोल मैथड हुंदा क्वाड्रेंट सिस्टम। आपां कोल 4 क्वाड्रेंट हुंदे ने। क्वाड्रेंट मतलब 4 हिस्से हुंदे आ। दिस इज कॉल्ड द फर्स्ट क्वाड्रेंट 0 तो लैके 90 डिग्री तक। क्लास 10th च तुसीं इहदे नाल ही डील कीता सीगा 0 तो 90 तक, जिन्ने एंगल सीगे 0 तो 90 डिग्री दे विच सीगे। सो ये हो गया सब तो पहला अपना क्वाड्रेंट। फिर 90 तो लैके 180 तक ये हो गया दूजा क्वाड्रेंट। वो तो बाद तीजा हो गया, देखो 90 ऐड करी जा रहे हैं आप 270। आ हो गया अपना चौथा, तो इत्थे पहुँच जाएंगे आप जिथे 0 सीगा उत्थे 360 है। फिर 90 ऐड कर देंगे तो जिथे 90 है उत्थे 450 हो जाऊगा। सिमिलरली चलता रहूगा कंटिन्यूसली, बट फॉर द सेक ऑफ सिंपलिसिटी बस आप इन्ने एंगल इत्थे लिखे हुए हैं, ठीक है। 0 तो लैके 360 तक मैं एंगल इत्थे शो करते। क्लास 10th से जिवें मैं ऑलरेडी कहा ये नाल तुसीं डील कर चुके हो। क्लास +1 च तुसीं डील करोगे आ जिहड़े बाकी क्वाड्रेंट ने, ठीक है। एक ट्रिक है
ਇਟ ਇਜ਼ ਨਾਟ ਕੋਈ ਪਰਟੀਕੂਲਰ ਕਨਸੈਪਟ ਨਹੀਂ ਸਿਖਾ ਰਿਹਾ, ਮੈਂ ਜਸਟ ਯਾਦ ਰੱਖਣ ਦੀ ਇੱਕ ਟ੍ਰਿਕ ਸਿਖਾ ਰਿਹਾ। ਦਿਸ ਇਜ਼ ਵੈਰੀ ਯੂਜ਼ਫੁਲ, ਮੈਥਮੈਟਿਕਸ 'ਚ ਵੀ ਤੁਸੀਂ ਲਰਨ ਕਰਨੀ ਹੈ ਇਹ, ਕਿ ਆ ਜਿਹੜੇ ਅਲੱਗ-ਅਲੱਗ ਕੁਆਡਰੈਂਟ ਨੇ ਨਾ, ਇਹ 'ਚ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ ਕੁਆਡਰੈਂਟ ਦੇ ਵਿੱਚ ਕਿਹੜੀਆਂ ਟ੍ਰਿਗਨੋਮੈਟ੍ਰਿਕ ਰੇਸ਼ੀਓ ਪੋਜ਼ਿਟਿਵ ਨੇ ਐਂਡ ਕਿਹੜੀਆਂ ਨੈਗੇਟਿਵ ਨੇ। ਸਭ ਤੋਂ ਪਹਿਲਾਂ ਜਿਹੜਾ ਪਹਿਲਾ ਕੁਆਡਰੈਂਟ ਹੈ ਉਹਦੇ ਵਿੱਚ ਕੀ ਆ, ਸਾਰੇ ਹੀ ਜਿਹੜੀਆਂ ਰੇਸ਼ੀਓਜ਼ ਨੇ ਉਹ ਪੋਜ਼ਿਟਿਵ ਹੁੰਦੀਆਂ ਨੇ, ਰਾਈਟ। ਬਟ ਜਿਹੜੇ ਆਹ ਨੇ ਨਾ ਬਾਕੀ ਦੇ, ਇਹ 'ਚ ਐ ਹੁੰਦਾ ਕਿ ਬਸ ਦੋ ਰੇਸ਼ੀਓਜ਼ ਪੋਜ਼ਿਟਿਵ ਹੋ ਗਈਆਂ, ਬਾਕੀ 4 ਨੈਗੇਟਿਵ। ਇਹ 'ਚ ਵੀ ਕੋਈ 2 ਪੋਜ਼ਿਟਿਵ, ਬਾਕੀ 4 ਨੈਗੇਟਿਵ। ਇਹਦੇ ਵਿੱਚ ਵੀ ਕੋਈ 2 ਪੋਜ਼ਿਟਿਵ, ਬਾਕੀ 4 ਨੈਗੇਟਿਵ। ਹੁਣ ਯਾਦ ਕਿਵੇਂ ਰੱਖਣਾ, ਕਿਹੜੇ ਕੁਆਡਰੈਂਟ 'ਚ ਕਿਹੜੀਆਂ 2 ਰੇਸ਼ੀਓਜ਼ ਪੋਜ਼ਿਟਿਵ ਹੋ ਗਈਆਂ, ਬਾਕੀ 4 ਨੈਗੇਟਿਵ। ਇਹਨੂੰ ਯਾਦ ਰੱਖਣ ਦੀ ਇੱਕ ਟ੍ਰਿਕ ਹੁੰਦੀ ਹੈ, ਚਾਹੇ ਇਹਨੂੰ ਇੱਦਾਂ ਯਾਦ ਰੱਖ ਲਓ ਕਿ ਆਫਟਰ ਸਕੂਲ ਟੂ ਕਾਲਜ, ਰਾਈਟ, ਜਾਂ ਫਿਰ ਕਈ ਇੱਦਾਂ ਯਾਦ ਰੱਖਦੇ ਨੇ ਐਡ ਸ਼ੂਗਰ ਟੂ ਕਾਫੀ, ਰਾਈਟ। ਚੀਜ਼ ਉਹੀ ਹੈ ਬੇਸਿਕਲੀ, ASTC, ਰਾਈਟ, ਜਿੱਦਾਂ ਮਰਜ਼ੀ ਯਾਦ ਰੱਖ ਲਓ। ਸੋ ਆਫਟਰ ਸਕੂਲ ਟੂ ਕਾਲਜ ਜਾਂ ਐਡ ਸ਼ੂਗਰ ਟੂ ਕਾਫੀ, ਇਸੇ ਆਰਡਰ 'ਚ ਆਪਾਂ ਇੱਦਾਂ ਚੱਲਣਾ ਹੈ, ਫਸਟ, ਸੈਕੰਡ, ਥਰਡ ਐਂਡ ਫੋਰਥ। ਕੀ ਮਤਲਬ ਹੈ ਇਹਦਾ ਮਤਲਬ ਹੋ ਗਿਆ ਆਲ। ਪਹਿਲੇ ਕੁਆਡਰੈਂਟ 'ਚ ਸਾਰੀਆਂ ਰੇਸ਼ੀਓਜ਼ ਸਾਈਨ ਥੀਟਾ, ਕਾਸ ਥੀਟਾ, ਟੈਨ ਥੀਟਾ, ਕੋਸਿਕੈਂਟ ਥੀਟਾ, ਸਿਕੈਂਟ ਥੀਟਾ, ਕਾਟ ਥੀਟਾ, ਸਾਰੀਆਂ ਪੋਜ਼ਿਟਿਵ ਨੇ। ਸੈਕੰਡ ਜਿਹੜਾ ਕੁਆਡਰੈਂਟ ਹੈ, ਇਸ ਦਾ ਮਤਲਬ ਕੀ ਹੈ, ਸਾਈਨ ਥੀਟਾ ਤੇ ਇਹਦਾ ਜਿਹੜਾ ਆਪਾਂ ਕੋਲ ਰੈਸੀਪ੍ਰੋਕਲ ਹੁੰਦਾ, ਦੈਟ ਮੀਨਸ ਕੋਸਿਕੈਂਟ ਥੀਟਾ, ਇਹ ਪੋਜ਼ਿਟਿਵ ਨੇ, ਬਾਕੀ ਸਭ ਨੈਗੇਟਿਵ, ਠੀਕ ਹੈ। ਥਰਡ ਦੇ ਵਿੱਚ ਟੈਨ ਥੀਟਾ ਐਂਡ ਇਹਦਾ ਰੈਸੀਪ੍ਰੋਕਲ, ਦੈਟ ਇਜ਼ ਕਾਟ ਥੀਟਾ, ਇਹ ਦੋਨੋਂ ਪੋਜ਼ਿਟਿਵ ਨੇ, ਬਾਕੀ ਸਾਰੀਆਂ ਨੈਗੇਟਿਵ, ਰਾਈਟ। ਐਂਡ ਲਾਸਟ ਵਨ ਇਜ਼ ਸੀ, ਸਾਈਨ ਹੋ ਗਿਆ ਟੈਨ ਐਂਡ ਦਿਸ ਇਜ਼ ਕਾਸ ਥੀਟਾ ਐਂਡ ਇਹਦਾ ਰੈਸੀਪ੍ਰੋਕਲ ਸਿਕੈਂਟ ਥੀਟਾ, ਬਸ ਆਹ ਦੋਨੋਂ ਪੋਜ਼ਿਟਿਵ ਨੇ ਚੌਥੇ ਕੁਆਡਰੈਂਟ 'ਚ, ਬਾਕੀ ਸਾਰੀਆਂ ਨੈਗੇਟਿਵ। ਕੀ ਮਤਲਬ ਹੈ ਇਹਦਾ, ਇਹਨੂੰ ਜਰਾ ਅੰਡਰਸਟੈਂਡ ਕਰਦੇ ਹਾਂ ਆਪਾਂ। ਲੈਟਸ ਸੇ ਕੋਈ ਵੀ ਪਰਟੀਕੂਲਰ ਕੁਆਡਰੈਂਟ ਚੱਕ ਲਿਆ, ਜਿਵੇਂ ਥਰਡ ਕੁਆਡਰੈਂਟ 'ਚ ਆਪਾਂ ਨੂੰ ਪਤਾ ਕਿ ਸਿਰਫ ਐਂਡ ਸਿਰਫ ਟੈਨ ਥੀਟਾ ਐਂਡ ਕਾਟ ਥੀਟਾ ਪੋਜ਼ਿਟਿਵ ਹੁੰਦੇ ਆ, ਬਾਕੀ ਸਭ ਨੈਗੇਟਿਵ। ਇਹਨੂੰ ਜ਼ਰਾ ਕਨਫਰਮ ਕਰਦੇ ਹਾਂ ਕੈਲਕੂਲੇਟਰ ਦੀ ਹੈਲਪ ਨਾਲ ਪਹਿਲਾਂ, ਠੀਕ ਹੈ। 180 ਤੋਂ ਲੈ ਕੇ 270 ਦੇ ਵਿੱਚ ਹੈ ਤੀਜਾ ਕੁਆਡਰੈਂਟ। ਸੋ ਕੋਈ ਇੱਦਾਂ ਦਾ ਆਪਾਂ ਇੱਕ ਪਰਟੀਕੂਲਰ ਐਂਗਲ ਚੱਕ ਲਿਆ, ਲੈਟਸ ਸਪੋਜ਼ 250, ਜਿਹੜਾ ਇਹਨਾਂ ਦੋਨਾਂ ਕੁਆਂਟੀਜ਼ ਦੇ ਵਿੱਚ ਆ ਰਿਹਾ, 180 ਐਂਡ 270 ਦੇ ਵਿੱਚ, ਠੀਕ ਹੈ। ਹੁਣ ਤੁਸੀਂ ਕੀ ਕਰਨਾ ਹੈ, ਕ੍ਰੋਮ ਖੋਲੋ, ਰਾਈਟ, ਜਾਂ ਫਿਰ ਕੈਲਕੂਲੇਟਰ ਦੇ ਨਾਲ ਵੀ ਹੋ ਜੂਗਾ ਇਹ। ਤਾਂ ਤੁਸੀਂ ਇਹ ਕੈਲਕੂਲੇਟ ਕਰਨਾ ਹੈ ਕਿ ਟੈਨ ਥੀਟਾ ਮਤਲਬ ਟੈਨ 250 ਕਿੰਨਾ ਹੈ, ਡਿਗਰੀਜ਼ ਦੇ ਵਿੱਚ ਰੱਖਿਓ, ਰਾਈਟ, ਐਂਡ ਕਾਟ 250 ਡਿਗਰੀਜ਼ ਕਿੰਨਾ ਹੈ। ਯੂ ਵਿਲ ਸੀ ਕਿ ਟੈਨ 250 ਡਿਗਰੀਜ਼ ਐਂਡ ਕਾਟ 250 ਡਿਗਰੀਜ਼ ਕੀ ਆਊਗੇ, ਪੋਜ਼ਿਟਿਵ, ਬਾਕੀ ਸਭ ਨੈਗੇਟਿਵ। ਜੇ ਮੈਂ ਸਾਈਨ 250 ਡਿਗਰੀਜ਼ ਕਰੂੰਗਾ ਨੈਗੇਟਿਵ ਆਊਗਾ, cos 250 ਡਿਗਰੀਜ਼ ਕੈਲਕੂਲੇਟ ਕਰੂੰਗਾ ਤਾਂ ਨੈਗੇਟਿਵ ਆਊਗਾ। ਦੇਖੋ ਕਿੱਦਾਂ, ਮੈਂ ਆਲਰੇਡੀ ਇੱਥੇ ਕੈਲਕੂਲੇਟ ਕੀਤਾ ਹੋਇਆ, ਹੇਅਰ ਸੀ। ਸਭ ਤੋਂ ਪਹਿਲਾਂ ਮੈਂ ਟੈਨ ਦਾ ਕੈਲਕੂਲੇਟ ਕੀਤਾ ਇੱਥੇ, ਟੈਨ 250 ਡਿਗਰੀਜ਼ ਕਿੰਨਾ ਰਿਜ਼ਲਟ ਆ ਰਿਹਾ, ਪੋਜ਼ਿਟਿਵ 2.74। ਸਿਮਿਲਰਲੀ ਟੈਨ ਜੇ ਪੋਜ਼ਿਟਿਵ ਹੈ ਤਾਂ ਟੈਨ ਦਾ ਜਿਹੜਾ ਰੈਸੀਪ੍ਰੋਕਲ ਹੈ ਉਹ ਦੇਖੋਗੇ, ਉਹ ਵੀ ਪੋਜ਼ਿਟਿਵ ਆਊਗਾ, cot 250 ਡਿਗਰੀਜ਼। ਲੇਕਿਨ ਜੇ ਆਪਾਂ ਹੋਰ ਕੋਈ ਕੁਆਂਟੀਟੀ ਕੰਸੀਡਰ ਕੀਤੀ, cos 250 ਨੈਗੇਟਿਵ, sin 250 ਨੈਗੇਟਿਵ, secant 250 ਨੈਗੇਟਿਵ, ਰਾਈਟ। ਸਿਮਿਲਰਲੀ ਜੇ ਕੋਸਿਕੈਂਟ 250 ਕਰੋਗੇ ਉਹ ਵੀ ਨੈਗੇਟਿਵ ਆਊਗਾ, ਠੀਕ ਹੈ। ਸੋ ਇਹ ਮਤਲਬ ਹੈ ਇਸ ਚੀਜ਼ ਦਾ, ਰਾਈਟ। ਸੋ ਕਿਸੇ ਵੀ ਪਰਟੀਕੂਲਰ ਕੁਆਡਰੈਂਟ ਦੇ ਵਿੱਚ ਕਿਹੜੀਆਂ ਕੁਆਂਟੀਟੀਜ਼ ਪੋਜ਼ਿਟਿਵ ਹੋ ਗਈਆਂ, ਕਿਹੜੀਆਂ ਨੈਗੇਟਿਵ ਹੋ ਗਈਆਂ, ਉਹਨੂੰ ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਤਰੀਕੇ ਨਾਲ ਯਾਦ ਰੱਖਣਾ ਹੈ। ਇਹ ਤਾਂ ਹੋ ਗਈ ਪਹਿਲੀ ਚੀਜ਼। ਹੁਣ ਆਪਾਂ ਗੱਲ ਕਰਦੇ ਹਾਂ ਐਕਚੁਅਲ ਪ੍ਰੋਸੈਸ ਦੀ, ਕਿ ਕਿੱਦਾਂ ਆਪਾਂ ਲੈਟਸ ਸੇ ਅਲੱਗ-ਅਲੱਗ ਐਕਸਪ੍ਰੈਸ਼ਨਸ ਨੂੰ ਕਨਵਰਟ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਕੋਲ ਲਿਖਿਆ ਹੋਇਆ ਸੀਗਾ cos 180 ਮਾਈਨਸ ਥੀਟਾ, ਉਹਦੀ ਵੈਲਿਊ ਨੂੰ ਸਿੰਪਲੀਫਾਈ ਕਰਕੇ ਕਿਵੇਂ ਆਪਾਂ ਲਿਖ ਸਕਦੇ ਹਾਂ ਮਾਈਨਸ cos ਥੀਟਾ, ਰਾਈਟ। ਇਹ ਸਾਰਾ ਕੁਝ ਦੇਖਦੇ ਹਾਂ ਆਪਾਂ। ਸੋ ਮੈਂ ਅਲੱਗ-ਅਲੱਗ ਇੱਥੇ ਟ੍ਰਿਗਨੋਮੈਟ੍ਰਿਕ ਐਕਸਪ੍ਰੈਸ਼ਨਸ ਲਿਖੇ ਹੋਏ ਨੇ, ਇਹਨਾਂ ਦੀ ਵੈਲਿਊਜ਼ ਨੂੰ ਸਿੰਪਲੀਫਾਈ ਕਰਕੇ ਆਪਾਂ ਇੱਥੇ ਲਿਖਣਾ ਹੈ। ਲੇਕਿਨ ਉਹ ਤੋਂ ਪਹਿਲਾਂ ਕੁਝ ਰੂਲਸ ਨੇ ਜੋ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ, ਰਾਈਟ। ਸਭ ਤੋਂ ਪਹਿਲਾਂ ਜੋ ਈਜ਼ੀ ਕੁਆਂਟੀਟੀਜ਼ ਨੇ ਮੈਂ ਉਹਨਾਂ ਨੂੰ ਇੱਥੇ ਸੋਲਵ ਕਰਕੇ ਸ਼ੋ ਕਰੂੰਗਾ। ਆਹ ਤਿੰਨ ਸਭ ਤੋਂ ਈਜ਼ੀ ਨੇ, ਰਾਈਟ। ਜਦੋਂ ਵੀ ਤੁਹਾਡਾ ਆਹ ਵਾਲਾ ਐਂਗਲ, ਜਿਵੇਂ ਇੱਥੇ ਲਿਖਿਆ 180, ਇੱਥੇ ਲਿਖਿਆ 360, ਜਦੋਂ ਵੀ 180 ਪਲੱਸ ਥੀਟਾ ਹੋਵੇ, 360 ਪਲੱਸ ਮਾਈਨਸ ਥੀਟਾ ਹੋਵੇ, ਜਾਂ ਕੋਈ ਵੀ ਇੱਦਾਂ ਦਾ ਐਂਗਲ ਜਿਹੜਾ ਬੇਸਿਕਲੀ ਹੌਰੀਜ਼ੋਨਟਲ ਲਾਈਨ ਤੇ ਆ ਰਿਹਾ ਹੈ, ਜਿਵੇਂ 180 ਹੋ ਗਿਆ, 360 ਹੋ ਗਿਆ। ਸਿਮਿਲਰਲੀ ਲੈਟਸ ਸੇ ਜੇ ਆਪਾਂ 360 ਦੇ ਵਿੱਚ ਫਿਰ 180 ਐਡ ਕਰ ਦਈਏ, ਕਿੰਨਾ ਬਣ ਜਾਊਗਾ, ਇਟ ਵਿਲ ਬੀ 540, ਰਾਈਟ। ਸੋ ਇੱਥੇ 540 ਵੀ ਆ ਜਾਊਗਾ, ਹੈ ਨਾ, ਬਿਕੋਜ਼ ਦੇਖੋ ਆਪਾਂ 0 ਤੋਂ ਚੱਲਣਾ ਸਟਾਰਟ ਕੀਤਾ, 90, ਫਿਰ 180, ਫਿਰ 270, 360, ਫਿਰ ਆ ਜਾਏਗਾ 450, 90 ਐਡ ਹੋਈ ਚੱਲੂਗਾ ਨਾ, ਫਿਰ 540 ਨੇ ਇੱਥੇ ਪਹੁੰਚਣਾ ਹੈ, ਰਾਈਟ। ਸੋ ਈਵਨ ਜੇ ਤੁਹਾਡੇ ਕੋਲ 540 ਪਲੱਸ ਥੀਟਾ ਜਾਂ 540 ਮਾਈਨਸ ਥੀਟਾ ਹੈਗਾ, ਤਾਂ ਉਹ ਵੀ ਬੇਸਿਕਲੀ ਆਹ ਨੰਬਰ ਕਿੱਥੇ ਲਾਏ ਕਰ ਰਿਹਾ ਹੈ, ਯੂ ਮਸਟ ਨੋ ਕਿ ਹਾਂ ਹੌਰੀਜ਼ੋਨਟਲ ਲਾਈਨ ਤੇ ਹੀ ਲਾਏ ਕਰ ਰਿਹਾ ਹੈ, ਠੀਕ ਹੈ। ਸੋ ਜੇ ਕੋਈ ਇੱਦਾਂ ਦਾ ਨੰਬਰ ਤੁਹਾਨੂੰ ਦਿਖਦਾ ਜਿਹੜਾ ਹੌਰੀਜ਼ੋਨਟਲ ਲਾਈਨ ਤੇ ਲਾਏ ਕਰ ਰਿਹਾ ਹੈ, ਉਹ ਤਾਂ ਸਭ ਤੋਂ ਈਜ਼ੀ ਹੈ। ਸੋ 10 180 ਪਲੱਸ ਥੀਟਾ, ਇਟ ਵਿਲ ਬੀ ਕੁਆਇਟ ਈਜ਼ੀ ਟੂ ਸੋਲਵ। ਸੀਕੈਂਟ 180 ਮਾਈਨਸ ਥੀਟਾ ਬਹੁਤ ਈਜ਼ੀ ਹੋਏਗਾ। ਸੀਕੈਂਟ 360 ਮਾਈਨਸ ਥੀਟਾ ਇਹਨੂੰ ਸੋਲਵ ਕਰਨਾ ਕਾਫੀ ਈਜ਼ੀ ਰਹਿਣ ਵਾਲਾ, ਬਿਕੋਜ਼ ਆਹ ਨੰਬਰਸ ਕਿੱਥੇ ਲਾਏ ਕਰ ਰਹੇ ਨੇ
ਹੌਰੀਜ਼ੋਨਟਲ ਐਕਸਿਸ ਦੇ ਉੱਤੇ। ਪਹਿਲੀ ਚੀਜ਼ ਦਿਖ ਰਹੀ ਹੈ ਤੁਹਾਨੂੰ, ਹੈ ਨਾ। ਕਿਉਂ ਮੈਂ ਇਦਾਂ ਕਹਿ ਰਿਹਾ ਕਿ ਇਹ ਸੌਖੇ ਹੋਊਗੇ ਸੋਲਵ ਕਰਨੇ, ਹੁਣ ਮੈਂ ਉਹਨੂੰ ਐਕਸਪਲੇਨ ਕਰਦਾ ਤੇ ਇਹਨਾਂ ਨੂੰ ਕਿੱਦਾਂ ਸੋਲਵ ਕਰਾਂਗੇ ਉਹ ਦੇਖਦੇ ਹਾਂ। ਦੇਖੋ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਹੁੰਦਾ ਸਾਈਨ, ਬਾਕੀ ਸਭ ਗੱਲਾਂ ਬਾਅਦ ਦੀਆਂ। ਆਪਾਂ ਕੋਲ 4 ਕੁਆਡਰੈਂਟ ਨੇ, ਫਸਟ, ਸੈਕੰਡ, ਥਰਡ, ਫੋਰਥ। ਮੈਂ ਇਹ ਵੀ ਲਿਖਤਾ ਕਿ ਕਿਹੜੇ ਕੁਆਡਰੈਂਟ 'ਚ ਕੌਣ ਪੋਜ਼ਿਟਿਵ ਹੁੰਦਾ, ਬਾਕੀ ਸਾਰੇ ਨੈਗੇਟਿਵ ਹੁੰਦੇ ਨੇ। ਸੋ ਸਭ ਤੋਂ ਪਹਿਲਾਂ ਤੁਸੀਂ ਆਹ ਦੇਖਣਾ ਕਿ ਜਿਹੜਾ tan 180 ਪਲੱਸ ਥੀਟਾ ਲਿਖਿਆ, ਕਿ 180 ਪਲੱਸ ਥੀਟਾ ਕਰਕੇ ਜਿਹੜਾ ਕੁਆਡਰੈਂਟ ਆਪਾਂ ਕੋਲ ਆ ਰਿਹਾ ਉਹਦੇ 'ਚ tan ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਲੈਟਸ ਸੀ 180 ਪਲੱਸ ਥੀਟਾ। ਸੋ 180 ਪਲੱਸ ਥੀਟਾ ਦਾ ਕੀ ਮਤਲਬ ਹੈ, ਆਹ ਦੇਖੋ ਆਹ ਲਿਖਿਆ ਤੁਹਾਡੇ ਸਾਹਮਣੇ 180, ਇਹਨੂੰ ਮੈਂ ਇਰੇਜ਼ ਕਰ ਦਿੰਦਾ 540 ਨੂੰ, ਆ ਰਿਹਾ 180 ਪਲੱਸ ਥੀਟਾ। ਐਂਗਲ ਇਨਕਰੀਜ਼ ਹੋ ਰਿਹਾ, ਇਨਕਰੀਜ਼ ਕਿਹੜੀ ਸਾਈਡ ਹੁੰਦਾ, ਇਸ ਸਾਈਡ, ਐਂਟੀ ਕਲੌਕਵਾਈਜ਼। ਸੋ 180 ਪਲੱਸ ਥੀਟਾ ਜਦੋਂ ਆਪਾਂ ਕੁਝ ਕਰ ਰਹੇ ਹਾਂ ਦੈਟ ਮੀਨਸ ਆਪਾਂ ਥਰਡ ਕੁਆਡਰੈਂਟ 'ਚ ਆ ਰਹੇ ਹਾਂ, ਐਂਡ ਥਰਡ ਕੁਆਡਰੈਂਟ ਦੇ ਵਿੱਚ ਕਲੀਅਰਲੀ ਆਪਾਂ ਨੂੰ ਦਿਖ ਰਿਹਾ ਕਿ ਜਿਹੜਾ tan ਹੈ ਉਹ ਪੋਜ਼ਿਟਿਵ ਹੁੰਦਾ, ਠੀਕ ਹੈ। ਸੋ ਇੱਥੇ ਸਭ ਤੋਂ ਪਹਿਲਾਂ ਮੈਂ ਕੀ ਕਰੂੰਗਾ, ਪੋਜ਼ਿਟਿਵ ਸਾਈਨ ਪਾ ਦੂੰਗਾ। ਇੱਥੇ ਜੋ ਲਿਖਣਾ ਉਹਨੂੰ ਮੈਂ ਬਾਅਦ ਚੋਂ ਲਿਖਦਾ, ਪਹਿਲਾਂ ਸਾਰੀਆਂ ਕੁਆਂਟੀਟੀਜ਼ ਦੇ ਆਪਾਂ ਸਾਈਨ ਦੇਖ ਲੈਂਦੇ ਹਾਂ ਕੀ ਹੈ, ਕਿੱਥੇ ਪੋਜ਼ਿਟਿਵ ਹੈ ਕਿੱਥੇ ਨੈਗੇਟਿਵ, ਰਾਈਟ। ਸੀਕੈਂਟ 180 ਮਾਈਨਸ ਥੀਟਾ ਪੋਜ਼ਿਟਿਵ ਹੋਏਗਾ ਕਿ ਨੈਗੇਟਿਵ, ਇਹਨੂੰ ਦੇਖਦੇ ਹਾਂ। ਸੀਕੈਂਟ 180 ਮਾਈਨਸ ਥੀਟਾ, 180 ਮਾਈਨਸ ਥੀਟਾ ਮਤਲਬ ਕਿਹੜੇ ਕੁਆਡਰੈਂਟ 'ਚ ਮੈਂ ਜਾ ਰਿਹਾ, ਸੈਕੰਡ ਕੁਆਡਰੈਂਟ 'ਚ, ਜਿੱਥੇ ਸੀਕੈਂਟ ਕੀ ਹੈ ਨੈਗੇਟਿਵ, ਦੈਟ ਮੀਨਸ ਆਈ ਰਾਈਟ ਨੈਗੇਟਿਵ ਓਵਰ ਹਿਅਰ। ਆਹ ਵਾਲੀ ਕੁਆਂਟੀਟੀ ਅਗੇਨ ਬਾਅਦ ਚੋਂ ਦੇਖਦੇ ਹਾਂ। ਐਂਡ ਲਾਸਟ ਵਨ ਆਪਣਾ ਸੀਗਾ ਇਹ ਸੀਕੈਂਟ 360 ਮਾਈਨਸ ਥੀਟਾ, 360 ਮਾਈਨਸ ਥੀਟਾ ਮਤਲਬ ਇਸ ਡਾਇਰੈਕਸ਼ਨ 'ਚ ਆ ਰਿਹਾ, ਫੋਰਥ ਕੁਆਡਰੈਂਟ 'ਚ ਆ ਰਿਹਾ, ਸੀਕੈਂਟ ਇਹਦੇ ਵਿੱਚ ਪੋਜ਼ਿਟਿਵ ਹੈ। ਸੋ ਆਹ ਵਾਲੀ ਕੁਆਂਟੀਟੀ ਕੀ ਹੋਊਗੀ ਆਪਣੀ, ਪੋਜ਼ਿਟਿਵ, ਠੀਕ ਹੈ। ਹੁਣ ਐਕਚੁਅਲ ਕੁਆਂਟੀਟੀਜ਼ ਦੇਖਦੇ ਹਾਂ ਕਿ ਇੱਥੇ ਕੀ ਆਏਗਾ, ਇੱਥੇ ਕੀ ਆਏਗਾ ਐਂਡ ਇੱਥੇ ਕੀ ਆਏਗਾ, ਰਾਈਟ। ਜਦੋਂ ਵੀ ਆਹ ਨੰਬਰ ਐਦਾਂ ਦਾ ਹੋਵੇ ਜਿਹੜਾ ਹੌਰੀਜ਼ੋਨਟਲ ਲਾਈਨ ਤੇ ਆ ਰਿਹਾ ਹੋਵੇ ਨਾ, ਕੁਝ ਨਹੀਂ ਕਰਨਾ ਤੁਸੀਂ, ਬਸ ਜੋ ਨੰਬਰ ਇੱਥੇ ਲਿਖਿਆ ਹੋਇਆ ਨਾ, ਜੋ ਸੋਰੀ ਟ੍ਰਿਗਨੋਮੈਟ੍ਰਿਕ ਰੇਸ਼ੀਓ ਇੱਥੇ ਲਿਖੀ ਹੈ ਉਸੇ ਰੇਸ਼ੀਓ ਨੂੰ ਤੁਸੀਂ ਇੱਥੇ ਲਿਖ ਦੇਣਾ ਹੁੰਦਾ। ਸੋ tan ਥੀਟਾ। ਸਿਮਿਲਰਲੀ ਇੱਥੇ ਸੀਕੈਂਟ ਲਿਖਿਆ, ਸੋ ਆ ਕੀ ਬਣ ਜਾਏਗਾ ਸੀਕੈਂਟ ਥੀਟਾ। ਇੱਥੇ ਕੀ ਲਿਖਿਆ ਹੋਇਆ ਸੀਕੈਂਟ, ਆ ਵੀ ਕੀ ਹੋਏਗਾ ਸੀਕੈਂਟ ਥੀਟਾ। ਬਸ ਇੰਨਾ ਜਿਹਾ ਕੰਮ ਹੈ। ਆਹ ਤਰੀਕਾ ਹੈ ਕਨਵਰਜਨ ਕਰਨ ਦਾ, ਜੇ ਆਹ ਐਂਗਲ ਐਦਾਂ ਦਾ ਹੋਊਗਾ ਹੌਰੀਜ਼ੋਨਟਲ ਲਾਈਨ ਵਾਲਾ, ਕੁਆਈਟ ਈਜ਼ੀ। ਸਿਮਿਲਰਲੀ ਦੇਖੋ ਜੇ ਆਪਾਂ ਜਿਹੜੀਆਂ ਚੀਜ਼ਾਂ ਨੂੰ ਉੱਥੇ ਉਹਨੂੰ ਯੂਜ਼ ਕੀਤਾ ਸੀ ਫਿਜ਼ਿਕਸ ਦੇ ਵਿੱਚ, ਉਹਨੂੰ ਜੇ ਦੇਖੀਏ ਕੀ ਸੀਗਾ ਉੱਥੇ, ਸਾਈਨ 180 ਮਾਈਨਸ ਥੀਟਾ ਐਂਡ ਕੋਸ 180 ਮਾਈਨਸ ਥੀਟਾ। ਆਹ ਦੋ ਕੁਆਂਟੀਟੀ ਸੀਗੀਆਂ। ਹੁਣ ਤੁਸੀਂ ਈਜ਼ੀਲੀ ਇਹਨਾਂ ਦੋਨਾਂ ਦੀ ਵੈਲਿਊਜ਼ ਫਾਈਂਡ ਕਰ ਸਕਦੇ ਹੋ। ਦੇਖੋ ਸਾਈਨ 180 ਮਾਈਨਸ ਥੀਟਾ, ਪਹਿਲਾਂ ਅਗੇਨ ਸਾਈਨ ਦੇਖਣਾ ਆਪਾਂ, 180 ਮਾਈਨਸ ਥੀਟਾ ਮਤਲਬ ਸੈਕੰਡ ਕੁਆਡਰੈਂਟ, ਮਤਲਬ ਆਹ ਟਰਮ ਪੋਜ਼ਿਟਿਵ ਆਉਣ ਵਾਲੀ ਹੈ। ਐਂਡ ਕੋਸ 180 ਮਾਈਨਸ ਥੀਟਾ ਅਗੇਨ ਸੈਕੰਡ ਕੁਆਡਰੈਂਟ, ਲੇਕਿਨ ਇਹਦੇ ਵਿੱਚ ਕੋਸ ਨੈਗੇਟਿਵ ਹੁੰਦਾ। ਸੋ ਆਹ ਟਰਮ ਨੈਗੇਟਿਵ ਆਉਣ ਵਾਲੀ ਹੈ। ਐਂਡ ਬਿਕੋਜ਼ ਐਂਗਲ ਆਪਣਾ 180 ਵਾਲਾ ਹੈ, ਹੌਰੀਜ਼ੋਨਟਲ ਵਾਲਾ, ਮਤਲਬ ਕੋਈ ਚੇਂਜ ਨਹੀਂ ਆਏਗਾ। ਸਾਈਨ ਵਿਲ ਰਿਮੇਨ ਸਾਈਨ ਥੀਟਾ ਐਂਡ ਕੋਸ ਵਿਲ ਰਿਮੇਨ ਕੋਸ ਥੀਟਾ। ਆਹੀ ਤਾਂ ਰਿਲੇਸ਼ਨ ਆਪਾਂ ਯੂਜ਼ ਕੀਤੇ ਸੀਗੇ ਕਿ ਕੋਸ 180 ਮਾਈਨਸ ਥੀਟਾ ਇਜ਼ ਇਕੁਅਲਸ ਟੂ ਮਾਈਨਸ ਕੋਸ ਥੀਟਾ, ਸਾਈਨ 180 ਮਾਈਨਸ ਥੀਟਾ ਇਜ਼ ਇਕੁਅਲਸ ਟੂ ਪੋਜ਼ਿਟਿਵ ਸਾਈਨ ਥੀਟਾ, ਰਾਈਟ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਬਾਕੀ ਐਂਗਲਸ ਨੇ, ਜਿਹੜੇ 90 ਪਲੱਸ ਜਾਂ 90 ਮਾਈਨਸ ਥੀਟਾ ਜਾਂ 270 ਪਲੱਸ ਜਾਂ 270 ਮਾਈਨਸ ਥੀਟਾ ਵਾਲੇ ਨੇ, ਮਤਲਬ ਇਹਨਾਂ ਦੇ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਹੈ ਜਿਹੜੇ ਐਂਗਲਸ ਵਰਟੀਕਲ ਲਾਈਨ ਤੇ ਆ ਰਹੇ ਨੇ। ਇਹਨਾਂ ਨੂੰ ਸੋਲਵ ਕਰਕੇ ਹੁਣ ਦੇਖਦੇ ਹਾਂ ਆਪਾਂ। ਇਹਨਾਂ ਨੂੰ ਸੋਲਵ ਕਰਨ ਦੇ ਲਈ ਥੋੜਾ ਜਿਹਾ ਹੋਰ ਐਡੀਸ਼ਨਲ ਪਾਰਟ ਹੈ ਜਿਹੜਾ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ, ਉਹ ਆਹ ਕਿ ਸਾਈਨ ਨੂੰ ਤਾਂ ਉਦਾਂ ਹੀ ਆਪਾਂ ਦੇਖਣਾ ਜਿਵੇਂ ਇਹਨਾਂ ਦੇ ਕੇਸ 'ਚ ਆਪਾਂ ਦੇਖਿਆ, ਬਟ ਦ ਥਿੰਗ ਇਜ਼ ਦੈਟ ਜਿਵੇਂ 180 ਜਾਂ 180 ਜਾਂ 360 ਵਾਲਿਆਂ 'ਚ ਆਹ ਟਰਮ ਚੇਂਜ ਨਹੀਂ ਨਾ ਹੋਈ, tan ਦੀ ਜਗ੍ਹਾ ਤੇ tan ਹੀ ਰਹਿ ਗਿਆ, ਸੈਕੰਡ ਦੀ ਜਗ੍ਹਾ ਤੇ ਸੈਕੰਡ ਰਹਿ ਗਿਆ। ਇਹਨਾਂ ਦੇ ਕੇਸ 'ਚ ਇੱਦਾਂ ਨਹੀਂ ਹੁੰਦਾ। ਜਦੋਂ ਵੀ ਤੁਹਾਡਾ ਐਂਗਲ ਕੁਛ ਇੱਦਾਂ ਦਾ 90 ਪਲੱਸ ਥੀਟਾ ਜਾਂ 90 ਮਾਈਨਸ ਥੀਟਾ ਜਾਂ ਲੈਟਸ ਸੇ 270 ਪਲੱਸ ਥੀਟਾ 270 ਮਾਈਨਸ ਥੀਟਾ, ਮਤਲਬ ਇਹਨਾਂ ਦੀ ਟਰਮਸ 'ਚ ਹੈ, ਵਰਟੀਕਲ ਲਾਈਨ ਵਾਲਿਆਂ ਦੀ ਟਰਮਸ 'ਚ, ਦੈਨ ਆ ਜਿਹੜੀ ਕੁਆਂਟੀਟੀਜ਼ ਨੇ, ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਨੇ, ਉਹ ਬੇਸਿਕਲੀ ਚੇਂਜ ਹੋ ਜਾਂਦੀਆਂ। ਜਿੱਥੇ ਸਾਈਨ ਹੈ ਨਾ, ਕਨਵਰਟ ਕਰਨ ਤੋਂ ਬਾਅਦ ਸਾਈਨ ਨਹੀਂ ਰਹਿ ਜਾਏਗਾ, ਕੋਸ ਲਿਖਿਆ ਇੱਥੇ ਕੋਸ ਨਹੀਂ ਰਹਿ ਜਾਏਗਾ, ਇੱਥੇ ਕੋਸ ਹੈ ਇੱਥੇ ਕੋਸ ਨਹੀਂ ਰਹਿ ਜਾਏਗਾ, ਇੱਥੇ tan ਹੈ ਤਾਂ ਇੱਥੇ tan ਨਹੀਂ ਰਹਿ ਜਾਏਗਾ। ਦੈਨ ਆਫਕੋਰਸ ਮਾਈਂਡ 'ਚ ਕੁਐਸਚਨ ਆਉਣਾ ਚਾਹੀਦਾ, ਤਾਂ ਇਹ ਨਹੀਂ ਰਹਿ ਜਾਏਗਾ ਤਾਂ ਕਿਸ ਚੀਜ਼ 'ਚ ਕਨਵਰਟ ਹੋ ਜਾਏਗਾ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਾਈਨ ਥੀਟਾ ਹੈ ਉਹ ਕਨਵਰਟ ਹੁੰਦਾ ਆਪਣਾ ਕੋਸ ਥੀਟਾ 'ਚ, ਰਾਈਟ। ਜਿਹੜਾ tan ਥੀਟਾ ਇਹ ਚੇਂਜ ਹੁੰਦਾ ਕੋਟ ਥੀਟਾ 'ਚ। ਸਿਮਿਲਰਲੀ ਜਿਹੜਾ ਸੀਕੈਂਟ ਥੀਟਾ ਉਹ ਕਾਹਦੇ 'ਚ ਚੇਂਜ ਹੁੰਦਾ, ਕੋਸੀਕੈਂਟ ਥੀਟਾ 'ਚ, ਰਾਈਟ। ਸੋ ਆ ਜਿਹੜੀ ਜਿੰਨੀ ਮੈਂ ਲੈਟਸ ਸੇ ਨਵੀਂ ਨੌਲੇਜ ਤੁਹਾਨੂੰ ਦਿੱਤੀ ਹੈ, ਇਹਨੂੰ ਯੂਜ਼ ਕਰਕੇ ਇਹਨਾਂ ਦੀਆਂ ਵੈਲਿਊਜ਼ ਆਪਾਂ ਲਿਖਦੇ ਹਾਂ ਇੱਥੇ, ਠੀਕ ਹੈ। ਦੇਖੋ ਪਹਿਲਾਂ ਸਾਈਨ ਦੇਖ ਲਈਏ ਸਾਰਿਆਂ ਦੇ। ਸਾਈਨ 90 ਪਲੱਸ ਥੀਟਾ, 90 ਪਲੱਸ ਥੀਟਾ ਮਤਲਬ ਸੈਕੰਡ ਕੁਆਡਰੈਂਟ, ਸਾਈਨ ਇਜ਼ ਪੋਜ਼ਿਟਿਵ, ਸੋ ਆ ਟਰਮ ਪੋਜ਼ਿਟਿਵ ਰਹੂਗੀ। ਕੋਸ 90 ਮਾਈਨਸ ਥੀਟਾ, 90 ਮਾਈਨਸ ਥੀਟਾ ਤਾਂ ਫਸਟ ਕੁਆਡਰੈਂਟ ਹੀ ਹੈ, ਤਾਂ ਸਾਰੇ ਹੀ ਪੋਜ਼ਿਟਿਵ ਨੇ। ਕੋਸ 270 ਪਲੱਸ ਥੀਟਾ, 270 ਪਲੱਸ ਥੀਟਾ ਆਪਣਾ ਆ ਗਿਆ ਫੋਰਥ ਕੁਆਡਰੈਂਟ, ਜਿਹਦੇ ਵਿੱਚ ਕੋਸ ਪੋਜ਼ਿਟਿਵ ਹੈ, ਸੋ ਆ ਟਰਮ ਵੀ ਪੋਜ਼ਿਟਿਵ ਹੈ। ਐਂਡ tan 270 ਮਾਈਨਸ ਥੀਟਾ, 270 ਮਾਈਨਸ ਥੀਟਾ ਮਤਲਬ ਥਰਡ ਕੁਆਡਰੈਂਟ, ਐਂਡ tan ਇਹਦੇ ਵਿੱਚ ਪੋਜ਼ਿਟਿਵ ਹੈ, ਨੈਗੇਟਿਵ ਕਲੀਅਰਲੀ ਆਪਾਂ ਨੂੰ ਦਿਖ ਰਿਹਾ ਪੋਜ਼ਿਟਿਵ, ਸੋ ਦਿਸ ਟਰਮ ਆਲਸੋ ਇਜ਼ ਪੋਜ਼ਿਟਿਵ। ਸੋ ਸਾਰੀਆਂ ਹੀ ਪੋਜ਼ਿਟਿਵ ਆਈਆਂ ਇਸ ਵਾਰੀ ਤਾਂ,
ਰਾਈਟ, ਵਟ ਅ ਕੋਇਨਸੀਡੈਂਸ। ਹੁਣ ਆਪਾਂ ਦੇਖਦੇ ਹਾਂ ਇੱਥੇ ਕੀ ਆਊਗਾ। ਸਿੰਪਲ ਜੀ ਗੱਲ ਹੈ, ਇੱਥੇ ਸਾਈਨ ਲਿਖਿਆ ਸੀਗਾ, ਆਪਾਂ ਦੇਖਿਆ ਕਿ ਇੱਥੇ 90 ਹੈ ਜਿਹੜਾ ਕਿ ਬੇਸਿਕਲੀ ਵਰਟੀਕਲ ਐਕਸਿਸ 'ਤੇ ਆ ਰਿਹਾ ਹੈ। ਸੋ ਸਾਈਨ ਵਿਲ ਚੇਂਜ ਇਨਟੂ ਕੌਸ। ਸੋ ਬਸ ਇੱਥੇ ਲਿਖਤਾ ਆਪਾਂ cos ਥੀਟਾ। ਬਸ ਸਿਮਿਲਰਲੀ cos ਹੈ ਤਾਂ ਕਿੰਨਾ ਬਣ ਜਾਏਗਾ ਇਹ sin ਥੀਟਾ। cos ਇਟ ਵਿਲ ਆਲਸੋ ਟਰਨ ਇਨਟੂ sin ਥੀਟਾ। ਜਿਹੜਾ tan ਹੈ ਉਹ ਕਾਹ 'ਚ ਕਨਵਰਟ ਹੁੰਦਾ ਹੈ cot ਥੀਟਾ 'ਚ। ਸੋ ਇਹ ਕੀ ਬਣ ਜਾਏਗਾ cot ਥੀਟਾ। ਸੋ ਆਹ ਸਾਰੀ ਚੀਜ਼ ਜੇ ਤੁਹਾਨੂੰ ਸੋਲਵ ਕਰਨੀ ਆ ਗਈ ਨਾ ਤਾਂ ਜਿਹੜਾ ਮਰਜ਼ੀ ਐਂਗਲ ਹੋਵੇ 360 ਤੱਕ ਵੀ ਕੀ ਬੇਸਿਕਲੀ ਜਿਹੜਾ ਮਰਜ਼ੀ ਐਂਗਲ ਆ ਜਾਏ ਰਾਈਟ 360 ਤੋਂ ਉੱਪਰ ਵੀ ਸਟਿਲ ਤੁਸੀਂ ਈਜ਼ੀਲੀ ਆਹ ਸਾਰੀ ਚੀਜ਼ਾਂ ਨੂੰ ਯੂਜ਼ ਕਰਕੇ ਉਸ ਪਰਟੀਕੂਲਰ ਐਂਗਲ ਨੂੰ ਸਿੰਪਲੀਫਾਈਡ ਫਾਰਮ 'ਚ ਲਿਖ ਸਕਦੇ ਹੋ। ਠੀਕ ਹੈ, ਇਹਨੂੰ ਮੈਥ 'ਚ ਵੀ ਤੁਸੀਂ ਪੜ੍ਹਨਾ, ਲੇਕਿਨ ਇਹ ਹੈ ਸਿੰਪਲ ਜੀ ਗੱਲ, ਜੇ ਤੁਸੀਂ ਹਲੇ ਇਹਨੂੰ ਪ੍ਰੋਪਰਲੀ ਸਿੱਖ ਲਿਆ ਤਾਂ ਮੈਥ 'ਚ ਜਦੋਂ ਤੁਸੀਂ ਇਹਨੂੰ ਦੁਬਾਰਾ ਤੋਂ ਪੜ੍ਹੋਗੇ ਇੱਕ ਤਰੀਕੇ ਨਾਲ ਤੁਹਾਡੀ ਰਿਵੀਜ਼ਨ ਹੀ ਹੈ ਰਾਈਟ, ਹੋਰ ਸੌਖਾ ਲੱਗੂਗਾ ਉੱਥੇ। ਠੀਕ ਹੈ,